ਅੱਜ ਦੀ ਇਹ ਜਿਹੜੀ ਵੀਡੀਓ ਹੈ ਇਹ ਉਹਨਾਂ ਸਾਰੇ ਕੈਂਡੀਡੇਟਸ ਦੇ ਲਈ ਇੰਪੋਰਟੈਂਟ ਹੈ ਜਿਨ੍ਹਾਂ ਨੇ ਕਿ ਪਹਿਲੀ ਸਕਰੂਟਨੀ ਕਰਵਾਈ ਹੈ ਜਾਂ ਫਿਰ ਜਿਨ੍ਹਾਂ ਕੈਂਡੀਡੇਟਸ ਨੂੰ ਲੱਗਦਾ ਹੈ ਕਿ ਸਾਡਾ ਸੈਕਿੰਡ ਲਿਸਟ ਦੇ ਵਿੱਚ ਜਿਹੜਾ ਨਾਮ ਆ ਜਾਏਗਾ। ਤਾਂ ਸਾਰੇ ਹੀ ਕੈਂਡੀਡੇਟਸ ਦੇ ਲਈ ਜਿਹੜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਓਬਜੈਕਸ਼ਨਸ ਨੂੰ ਲੈ ਕੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ ਡਾਕੂਮੈਂਟਸ ਨੂੰ ਲੈ ਕੇ ਓਬਜੈਕਸ਼ਨ ਲਿਸਟ ਆਊਟ ਕੀਤੀਆਂ ਜਾਂਦੀਆਂ ਹਨ, ਠੀਕ ਹੈ। ਤਾਂ ਉਹਨਾਂ ਓਬਜੈਕਸ਼ਨ ਨੂੰ ਜਿਹੜਾ ਸਮਝਣਾ ਜ਼ਰੂਰੀ ਹੈ, ਠੀਕ ਹੈ। ਇਹਨਾਂ ਓਬਜੈਕਸ਼ਨ ਨੂੰ ਜਿਹੜਾ ਸਹੀ ਤਰੀਕੇ ਨਾਲ ਸਮਝਣਾ ਜ਼ਰੂਰੀ ਹੈ, ਬਿਕੋਜ਼ ਹੋ ਸਕਦਾ ਕਿ ਤੁਹਾਡੇ ਡਾਕੂਮੈਂਟਸ ਨੂੰ ਲੈ ਕੇ ਵੀ ਇਹ ਜਿਹੜੀਆਂ ਓਬਜੈਕਸ਼ਨਾਂ ਲੱਗ ਸਕਦੀਆਂ ਨੇ। ਤਾਂ ਇਸ ਕਰਕੇ ਜਿਹੜੀਆਂ ਓਬਜੈਕਸ਼ਨਾਂ ਨੇ ਇਹ ਆਪਾਂ ਨੂੰ ਪਹਿਲਾਂ ਤੋਂ ਹੀ ਕਲੀਅਰ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਪਤਾ ਹੈ ਕਿ ਡਿਪਾਰਟਮੈਂਟ ਜਿਹੜਾ ਸਿਰਫ ਇੱਕ ਹਫ਼ਤੇ ਦਾ ਟਾਈਮ ਦਿੰਦਾ ਹੈ ਆਪਾਂ ਨੂੰ ਇਹਨਾਂ ਓਬਜੈਕਸ਼ਨਸ ਨੂੰ ਕਲੀਅਰ ਕਰਨ ਦੇ ਲਈ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਓਬਜੈਕਸ਼ਨ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਫਿਰ ਤੁਸੀਂ ਡਿਪਾਰਟਮੈਂਟ ਵੱਲੋਂ ਨੋਟ ਐਲੀਜੀਬਲ ਜਿਹੜਾ ਕਰਾਰ ਕਰ ਦਿੱਤੇ ਜਾਂਦੇ ਹੋ। ਤਾਂ ਇਸ ਕਰਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਓਬਜੈਕਸ਼ਨਸ ਨੂੰ ਹੀ ਕਲੀਅਰ ਕਰਾਂਗੇ। ਬਿਲਕੁਲ ਡਿਟੇਲ ਦੇ ਵਿੱਚ ਤੁਸੀਂ ਵੀਡੀਓ ਨੂੰ ਸਮਝਣਾ ਹੈ, ਦੇਖਣਾ ਹੈ ਅਤੇ ਫਿਰ ਆਪਣੇ ਜਿਹੜੇ ਡਾਕੂਮੈਂਟਸ ਦੇ ਅਕੋਰਡਿੰਗ ਉਸਨੂੰ ਤਿਆਰ ਕਰ ਲੈਣਾ ਹੈ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਕਰੀਨ 'ਤੇ ਜਿਹੜੀ ਤੁਸੀਂ ਲਿਸਟ ਦੇਖ ਰਹੇ ਹੋ ਇਹ ਉਹ ਲਿਸਟ ਹੈ ਜਦੋਂ ਲਾਸਟ ਟਾਈਮ ETT ਦੀ ਭਰਤੀ ਹੋਈ ਸੀ, ਠੀਕ ਹੈ। 2016 ਦੇ ਵਿੱਚ ਜਦੋਂ ETT ਦੀ ਭਰਤੀ ਹੋਈ ਸੀ ਉਸ ਸਮੇਂ ਇਹ ਜਿਹੜੀਆਂ ਓਬਜੈਕਸ਼ਨ ਲਿਸਟਾਂ ਆਊਟ ਕੀਤੀਆਂ ਗਈਆਂ ਸਨ ਉਹ ਲਿਸਟ ਹੈ ਇਹ। ਇਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੇ ਓਬਜੈਕਸ਼ਨ ਤੁਹਾਡੇ 'ਤੇ ਲੱਗ ਸਕਦੀਆਂ ਨੇ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਜੇਕਰ ਸਭ ਤੋਂ ਪਹਿਲਾਂ ਦੇਖੀਏ ਆਪਾਂ ਓਬਜੈਕਸ਼ਨ ਦੇ ਅਕੋਰਡਿੰਗ, ਤਾਂ ਪਹਿਲੀ ਜਿਹੜੀ ਓਬਜੈਕਸ਼ਨ ਲੱਗੀ ਸੀ ਉਹ ਲੱਗੀ ਸੀ ਜੀ ਕੈਂਡੀਡੇਟ ਹੈਜ਼ ਪਾਸਡ B.Ed ਨੋਟ ETT, ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ B.Ed ਪਾਸ ਕੀਤੀ ਹੋਈ ਸੀ ਲੇਕਿਨ ETT ਨਹੀਂ ਕੀਤੀ ਹੋਈ ਸੀ। ਤਾਂ ਪਹਿਲੀ ਓਬਜੈਕਸ਼ਨ ਤਾਂ ਇਹੀ ਹੈ ਕਿ ਤੁਹਾਡਾ ETT ਟੀਚਰ ਲੱਗਣ ਦੇ ਲਈ ETT ਦਾ ਕੋਰਸ ਕੀਤਾ ਹੋਇਆ ਜ਼ਰੂਰੀ ਹੋਣਾ ਚਾਹੀਦਾ, ਠੀਕ ਹੈ। ਇਹ ਡਿਪਲੋਮਾ ਜਿਹੜਾ ਤੁਹਾਡਾ ਜ਼ਰੂਰ ਕੀਤਾ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਜਿਹੜੇ ਹੈ ਐਲੀਜੀਬਲ ਹੋ, ਠੀਕ ਹੈ। ਸੈਕਿੰਡ ਓਬਜੈਕਸ਼ਨ ਦੀ ਗੱਲ ਕਰੀਏ, ਸੈਕਿੰਡ ਵੀ ਇਸੇ ਤਰ੍ਹਾਂ ਦੀ ਹੀ ਓਬਜੈਕਸ਼ਨ ਸੀ, ਠੀਕ ਹੈ, ਜਿਹਦੇ ਵਿੱਚ ਕਿ ETT ਜਿਹੜੀ ਆ ਪਾਸ ਨਹੀਂ ਕੀਤੀ ਹੋਈ ਸੀ। ਉਸ ਤੋਂ ਬਾਅਦ ਜੇ ਅੱਗੇ ਆਪਾਂ ਗੱਲ ਕਰੀਏ ਥਰਡ ਓਬਜੈਕਸ਼ਨ ਦੀ, ਤਾਂ ਇਸ ਦੇ ਵਿੱਚ ਲਿਖਿਆ ਹੋਇਆ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ। ਜਿੱਦਾਂ ਤੁਹਾਨੂੰ ਪਤਾ ਹੈ ਕਿ ETT ਦੇ ਵਿੱਚ ਜਿਹੜੇ ਸਬਜੈਕਟ ਹੁੰਦੇ ਨੇ ਉਹ ਸਾਰੇ ਹੀ ਕੰਪਲਸਰੀ ਹੁੰਦੇ ਨੇ ਅਤੇ ਉਸ ਤਰ੍ਹਾਂ ਦਾ ਡਿਪਲੋਮਾ ਹੁੰਦਾ ਜਿਸ ਦੇ ਵਿੱਚ ਕਿ ਸਾਰੇ ਹੀ ਸਬਜੈਕਟ ਕਰਵਾਏ ਜਾਂਦੇ ਨੇ। ਫਸਟ ਕਲਾਸ ਤੋਂ ਲੈ ਕੇ 5th ਕਲਾਸ ਤੱਕ ਦੇ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਸਾਰਿਆਂ ਦੇ ਅਕੋਰਡਿੰਗ ਜਿਹੜਾ ਆਪਾਂ ਨੂੰ ਕਵਰ ਕਰਾਇਆ ਜਾਂਦਾ ਟੋਪਿਕਸ, ਹੈ ਨਾ। ਤਾਂ ਜਿਨ੍ਹਾਂ ਕੈਂਡੀਡੇਟਸ ਨੇ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਕਿ 1 ਜਾਂ 2 ਸਬਜੈਕਟਾਂ ਦੇ ਵਿੱਚ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੈ ਉਹਨਾਂ ਦੀ ਜਿਹੜੀ ETT ਆ ਵੈਲਿਡ ਨਹੀਂ ਮੰਨੀ ਜਾਂਦੀ ਹੈਗੀ। ਤੁਹਾਡੀ ETT ਜਿਹੜੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ, ਠੀਕ ਹੈ। ਬਿਲਕੁਲ ਸਾਰੇ ਸਬਜੈਕਟ ਤੁਸੀਂ ਜਿਹੜੇ ਕਵਰ ਕੀਤੇ ਹੋਣੇ ਚਾਹੀਦੇ ਨੇ ਆਪਣੇ ਡਿਪਲੋਮੇ ਦੇ ਵਿੱਚ। ਉਸ ਤੋਂ ਬਾਅਦ ਜੇ ਅਗਲੀ ਓਬਜੈਕਸ਼ਨ ਦੀ ਗੱਲ ਕਰੀਏ ਤਾਂ ਲਿਖਿਆ ਹੋਇਆ ਕਿ B.Ed ਐਂਡ PTT ETT ਨੋਟ ਪਾਸਡ, ਠੀਕ ਹੈ, ਕਿ B.Ed ਕੀਤੀ ਹੋਈ ਹੈ ਲੇਕਿਨ ETT ਪਾਸ ਨਹੀਂ ਕੀਤੀ ਹੋਈ। ਤਾਂ ਇਹ ਕੁਐਰੀ ਜਿਹੜੀ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਸੀ ਓਬਜੈਕਸ਼ਨ, ਠੀਕ ਹੈ। ETT ਜਿਹੜੀ ਆ ਕੰਪਲਸਰੀ ਹੈ, ਕੀਤੀ ਹੋਈ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੇਖਦੇ ਹਾਂ ਤਾਂ ਉਸ ਦੇ ਵਿੱਚ ਵੀ ਇਹੀ ਹੈ ਕਿ ਜਿਹੜੀ ETT ਆ ਉਹ ਨਹੀਂ ਕੀਤੀ ਹੋਈ। ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ETT ਨੋਟ ਡਨ ਸੈਲਫ ਡਿਕਲੇਰੇਸ਼ਨ ਰਿਗਾਰਡਿੰਗ ਐਜੂਕੇਸ਼ਨ ਕੁਆਲੀਫਿਕੇਸ਼ਨ ਨੋਟ ਅਟੈਚਡ, ਠੀਕ ਹੈ, ਕਿ ਜੇਕਰ ਤੁਸੀਂ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਚਾਹੇ ਉਹ BA ਨੂੰ ਲੈ ਕੇ ਹੈ ਚਾਹੇ ETT ਨੂੰ ਲੈ ਕੇ ਹੈ, ਜੇਕਰ ਤੁਸੀਂ ਉਹ ਆਪਣੀ ਸਕਰੂਟਨੀ ਟਾਈਮ ਅਟੈਚ ਨਹੀਂ ਕੀਤੀ ਹੈਗੀ ਤਾਂ ਤੁਸੀਂ ਜਿਹੜੇ ਐਲੀਜੀਬਲ ਨਹੀਂ ਹੈਗੇ, ਠੀਕ ਹੈ। ਤਾਂ ਇਹ ਓਬਜੈਕਸ਼ਨਾਂ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਡਿਪਾਰਟਮੈਂਟ ਵੱਲੋਂ ਜਿਨ੍ਹਾਂ ਨੂੰ ਤੁਸੀਂ ਕਲੀਅਰ ਕਰਨਾ ਹੁੰਦਾ ਹੈ। ਤੁਸੀਂ ਜਾ ਕੇ ਉੱਥੇ ਆਪਣੇ ਜਿਹੜੀਆਂ ਕੋਈ ਵੀ ਜਿਹੜਾ ਤੁਹਾਡਾ ਡਾਕੂਮੈਂਟ ਰਹਿੰਦਾ ਹੈ ਤੁਸੀਂ ਡਿਪਾਰਟਮੈਂਟ 'ਚ ਜਾ ਕੇ ਜਮ੍ਹਾਂ ਕਰਾ ਸਕਦੇ ਹੋ। ਉਸ ਤੋਂ ਬਾਅਦ ਜੇ ਅਗਲੀ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਦੇਖੋ ਡੇਟ ਆਫ ਇਸ਼ੂ ਨੋਟ ਮੈਂਸ਼ਨ ਇਨ ETT ਡਿਪਲੋਮਾ ਸਰਟੀਫਿਕੇਟ। ਜਦੋਂ ETT ਦਾ ਡਿਪਲੋਮਾ ਸਰਟੀਫਿਕੇਟ ਆਪਾਂ ਨੂੰ ਜਾਰੀ ਹੁੰਦਾ ਹੈ ਤਾਂ ਉਸ ਦੇ ਨੀਚੇ ਆਪਾਂ ਨੂੰ ਤਰੀਕ ਲਿਖੀ ਹੋਈ ਮਿਲਦੀ ਹੈ ਕਿ ਇਸ ਤਰੀਕ ਨੂੰ ਆਪਣਾ ਜਿਹੜਾ ਇਹ ਸਰਟੀਫਿਕੇਟ ਹੈ ਜਾਰੀ ਹੋਇਆ ਹੈ। ਤਾਂ ਉਹ ਕਈ ਕੈਂਡੀਡੇਟਸ ਦੀ ਜਿਹੜੀਆਂ ਨੇ ਉਹ ਜਾਰੀ ਨਹੀਂ ਸਨ, ਤਾਂ ਉਹ ਵੀ ਹੋਣੀ ਚਾਹੀਦੀ ਹੈ ਪ੍ਰੋਪਰ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਉਹ ਵੀ ਸੇਮ ਹੈ ਕਿ ETT ਨਹੀਂ ਕੀਤੀ ਹੋਈ। ਅਗਲਾ ETT ਸਰਟੀਫਿਕੇਟ ਨੋਟ ਅਟੈਚਡ, ਜਿਨ੍ਹਾਂ ਨੇ ETT ਦੇ ਸਰਟੀਫਿਕੇਟ ਅਟੈਚ ਨਹੀਂ ਕਰੇ ਸਕਰੂਟਨੀ ਟਾਈਮ ਉਹਨਾਂ ਨੂੰ ਵੀ ਓਬਜੈਕਸ਼ਨ ਲੱਗਦੀ ਹੁੰਦੀ ਹੈ, ਠੀਕ ਹੈ। ਦੇਖੋ ਇਹ ਜਿਹੜੀਆਂ ਓਬਜੈਕਸ਼ਨਸ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੈਗਾ, ਕਿਉਂਕਿ ਡਿਪਾਰਟਮੈਂਟ ਵੱਲੋਂ ਆਪਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਜਾਂਦਾ ਹੈ ਇਹਨਾਂ ਓਬਜੈਕਸ਼ਨਸ ਨੂੰ ਕਲੀਅਰ ਕਰਨ ਦੇ ਲਈ। ਜੇਕਰ ਕਿਸੇ ਕੈਂਡੀਡੇਟਸ ਦੀ ਕੋਈ ਡਾਕੂਮੈਂਟ ਦੇ ਵਿੱਚ ਕਿਸੇ ਸਰਟੀਫਿਕੇਟ ਦੇ ਵਿੱਚ ਕੋਈ ਦਿੱਕਤ ਰਹਿ ਜਾਂਦੀ ਹੈ ਤਾਂ ਉਹ ਆਪਣਾ ਕਲੀਅਰ ਕਰਕੇ ਡਿਪਾਰਟਮੈਂਟ 'ਚ ਜਿਹੜਾ ਜਮ੍ਹਾਂ ਕਰਾ ਸਕਦਾ ਹੈ। ਤਾਂ ਇਸ ਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ SC ਸਰਟੀਫਿਕੇਟ ਨੋਟ ਵੈਰੀਫਾਈਡ, ਠੀਕ ਹੈ। ਕਈ ਕੈਂਡੀਡੇਟਸ ਦੇ ਦੇਖੋ ਜਿਹੜੇ ਸਰਟੀਫਿਕੇਟ ਨੇ ਉਹ ਓਲਡ ਹੋ ਜਾਂਦੇ ਨੇ, ਮਤਲਬ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਸਰਟੀਫਿਕੇਟ ਨੇ ਕਾਸਟ ਦੇ ਉਹ 3 ਸਾਲ ਪੁਰਾਣੇ ਨਹੀਂ ਹੋਣੇ ਚਾਹੀਦੇ ਹੈਗੇ। ਤਾਂ ਉਹ ਵਾਲੇ ਕੈਂਡੀਡੇਟਸ ਦੇ ਜਿਹੜੇ ਸਰਟੀਫਿਕੇਟ ਨੇ ਉਹ ਵੈਰੀਫਾਈ ਨਹੀਂ ਹੁੰਦੇ ਹੈਗੇ। ਇੱਕ ਗੱਲ ਹੋਰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਕਈ ਕੈਂਡੀਡੇਟਸ ਨੂੰ ਇਹ ਲੱਗਦਾ ਹੈ ਕਿ ਆਪਾਂ ਜਿਹੜੇ 3 ਸਾਲ ਬਾਅਦ ਨਵੇਂ ਬਣਾਉਣੇ ਹੁੰਦੇ ਨੇ ਸਰਟੀਫਿਕੇਟ ਕਾਸਟ ਦੇ। ਨਹੀਂ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹਿਸਾਬ ਹੁੰਦਾ ਇਸ ਦਾ। ਜਿੱਦਾਂ ਤੁਸੀਂ ਮੰਨ ਲਓ SC ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਜਾਂ ਤੁਸੀਂ BC ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਤਾਂ ਤੁਸੀਂ ਕੀ ਕਰੋਗੇ, ਤੁਸੀਂ ਹਰੇਕ 3 ਸਾਲ ਬਾਅਦ ਨਵਾਂ ਨਹੀਂ ਬਣਾਓਗੇ, ਉਸ ਨੂੰ ਅਪਡੇਟ ਕਰਾ ਲਓਗੇ, ਠੀਕ ਹੈ। ਸਿਰਫ ਸਰਟੀਫਿਕੇਟ ਜਿਹੜਾ ਅਪਡੇਟ ਹੁੰਦਾ ਹੈ,
ਨਵਾਂ ਨਹੀਂ ਬਣਦਾ ਹੁੰਦਾ ਹੈਗਾ। ਤਾਂ ਇਹ ਜਿਹੜੀ ਹੈ ਤੁਸੀਂ ਪੁਆਇੰਟ ਕਲੀਅਰ ਰੱਖਣਾ ਹੈ ਆਪਣਾ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਉਹਦੀ ਓਬਜੈਕਸ਼ਨ ਦੀ, ਤਾਂ ਲਿਖਿਆ ਹੋਇਆ ETT ਡਿਗਰੀ ਨੋਟ ਅਟੈਚਡ। ਹੋ ਸਕਦਾ ਹੈ ਦੇਖੋ ETT ਦੇ ਵਿੱਚ ਕਈਆਂ ਨੂੰ ਤਾਂ ਡਿਗਰੀ ਮਿਲਦੀ ਹੈ, ਸਿਰਫ ਹੁਣ ਤਾਂ ਅੱਜ ਕੱਲ੍ਹ ਵੈਸੇ ਸਰਟੀਫਿਕੇਟ ਹੀ ਦਿੱਤੇ ਜਾਂਦੇ ਨੇ 2 ਈਅਰ ਦੇ, ਠੀਕ ਹੈ, ਫਸਟ ਈਅਰ ਸੈਕਿੰਡ ਈਅਰ। ਪਰ ਪਹਿਲਾਂ ਪਿਛਲੇ ਟਾਈਮ ਦੇ ਵਿੱਚ ਡਿਗਰੀ ਵੀ ਦਿੱਤੀ ਜਾਂਦੀ ਸੀ, ਤਾਂ ਜਿਨ੍ਹਾਂ ਨੂੰ ਡਿਗਰੀ ਦਿੱਤੀ ਜਾਂਦੀ ਸੀ ਉਹ ਅਟੈਚਡ ਕਰਾ ਸਕਦੇ ਨੇ, ਜਿਨ੍ਹਾਂ ਨੂੰ ਨਹੀਂ ਹੈਗੀ ਤਾਂ ਉਹਨਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਇਸ ਦੇ ਵਿੱਚ ਆਪਾਂ ਨੂੰ ਇਹ ਲਿਖਿਆ ਹੈ ਕਿ B.Ed ਕੀਤੀ ਹੋਈ ਜਾਂ ETT ਨਹੀਂ ਕੀਤੀ ਹੋਈ, ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਓਬਜੈਕਸ਼ਨਸ ਨੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਅਗਲੀ ਓਬਜੈਕਸ਼ਨ ਦੀ ਗੱਲ ਕਰੀਏ ਤਾਂ ਕਈ ਸਰਟੀਫਿਕੇਟਸ ਦੇ ਵਿੱਚੋਂ ਆਪਾਂ ਨੂੰ ਮਿਸਟੇਕ ਦੇਖਣ ਨੂੰ ਮਿਲਦੀ ਹੈ, ਠੀਕ ਹੈ। ਜਿੱਦਾਂ ਫਾਦਰ ਦਾ ਨੇਮ ਕਿਸੇ ਸਰਟੀਫਿਕੇਟ ਦੇ ਵਿੱਚ ਕੁਛ ਹੋਰ ਹੋਊਗਾ, ਵੀ ਜਿੱਦਾਂ ਆਪਾਂ ਲਿਖ ਦਿੰਦੇ ਹਾਂ EEE ਤਾਂ ਕਈ ਉੱਥੇ I ਪਾ ਦਿੰਦੇ ਨੇ, ਹੈ ਨਾ। ਤਾਂ ਇਸ ਤਰ੍ਹਾਂ ਦੀ ਮਾਈਨਰ ਮਿਸਟੇਕਸ ਹੁੰਦੀਆਂ ਨੇ, ਉਹ ਵਾਲੀਆਂ ਮਿਸਟੇਕਸ ਵੀ ਜਿਹੜੀਆਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਕਿ ਉਹ ਮਿਸਟੇਕਸ ਨਾ ਹੋਣ, ਠੀਕ ਹੈ। ਉਸ ਤਰ੍ਹਾਂ ਦੀ ਵੀ ਓਬਜੈਕਸ਼ਨ ਜਿਹੜੀ ਹੈ ਲਗਾਈ ਜਾ ਸਕਦੀ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੇ ਓਬਜੈਕਸ਼ਨ ਦੀ, ਉਹ ਵੀ ਇਸੇ ਤਰ੍ਹਾਂ ਹੀ ਹੈ ਕਿ BC ਸਰਟੀਫਿਕੇਟ ਨੋਟ ਵੈਰੀਫਾਈਡ, ਠੀਕ ਹੈ, ਅਪਡੇਟ ਹੋਣਾ ਚਾਹੀਦਾ ਤੁਹਾਡਾ ਸਰਟੀਫਿਕੇਟ ਟਾਈਮ ਸਿਰ, ਤੇ ETT ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਤੁਸੀਂ ਪੜ੍ਹ ਸਕਦੇ ਹੋ ਕੈਂਡੀਡੇਟ ਹੈਜ਼ ਡਨ B.Ed ਨੋਟ ETT, ਠੀਕ ਹੈ, ETT ਨਹੀਂ ਕੀਤੀ ਹੋਈ, ਤੇ ਹਸਬੈਂਡ ਦਾ ਨੇਮ ਜਿਹੜਾ ਕਾਸਟ ਸਰਟੀਫਿਕੇਟ ਦੇ ਵਿੱਚ ਹੋਣਾ ਚਾਹੀਦਾ ਹੈ। ਦੇਖੋ ਇਹ ਜਿਹੜੇ ਸਰਟੀਫਿਕੇਟ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਿਹੜੇ ਸਾਰੇ ਸਪੈਲਿੰਗ ਨੇ ਬਿਲਕੁਲ ਸਹੀ ਹੋਣੇ ਚਾਹੀਦੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਤੁਸੀਂ ਪੜ੍ਹ ਸਕਦੇ ਹੋ ਰੈਜ਼ੀਡੈਂਸ ਸਰਟੀਫਿਕੇਟ ਇਜ਼ ਆਫ ਹਰਿਆਣਾ ਸਟੇਟ। ਜਿੱਦਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀ ਵੈਕੰਸੀ ਸੀ, ਤਾਂ ਤੁਹਾਡਾ ਜਿਹੜਾ ਰੈਜ਼ੀਡੈਂਸ ਆ ਉਹ ਪੰਜਾਬ ਦਾ ਹੀ ਹੋਣਾ ਚਾਹੀਦਾ ਹੈ, ਠੀਕ ਹੈ। ਪੰਜਾਬ ਦਾ ਸਰਟੀਫਿਕੇਟ ਦਾ ਜਿਹੜਾ ਤੁਹਾਡਾ ਹੋਣਾ ਚਾਹੀਦਾ। ਜੇਕਰ ਤੁਸੀਂ ਅਦਰ ਕੈਟੇਗਰੀ ਤੋਂ ਅਪਲਾਈ ਕੀਤਾ ਉਹ ਗੱਲ ਅਲੱਗ ਹੈ, ਪਰ ਜੇਕਰ ਤੁਸੀਂ ਪੰਜਾਬ ਦੇ ਕੈਂਡੀਡੇਟ ਹੋ ਤਾਂ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਉਹ ਵੀ ਪੰਜਾਬ ਦਾ ਹੀ ਹੋਣਾ ਚਾਹੀਦਾ ਰੈਜ਼ੀਡੈਂਸ ਦਾ, ਠੀਕ ਹੈ। ਤੇ ਕਾਸਟ ਸਰਟੀਫਿਕੇਟ ਵੀ ਜਿਹੜਾ ਤੁਹਾਡਾ ਉਸੇ ਹੀ ਸਟੇਟ ਦਾ ਹੋਣਾ ਚਾਹੀਦਾ ਜਿਸ ਸਟੇਟ ਤੋਂ ਤੁਸੀਂ ਬਿਲੋਂਗ ਕਰਦੇ ਹੋ। ਤਾਂ ਇਹ ਵੀ ਪੁਆਇੰਟ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੇ ਓਬਜੈਕਸ਼ਨ ਦੀ, ਤਾਂ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੈ ਕਿ ਕਾਸਟ ਸਰਟੀਫਿਕੇਟ ਇਜ਼ ਆਫ ਹਰਿਆਣਾ, ਠੀਕ ਹੈ। ਜਿਹੜਾ ਆਪਣਾ ਕਾਸਟ ਸਰਟੀਫਿਕੇਟ ਹੈ ਚਾਹੇ ਉਹ ਕਿਸੇ ਕੈਟੇਗਰੀ ਦਾ ਉਹ ਆਪਣੀ ਸਟੇਟ ਦਾ ਹੀ ਹੋਣਾ ਚਾਹੀਦਾ ਹੈ, ਤੇ ਸਾਰੇ ਸਰਟੀਫਿਕੇਟ ਅਟੈਚ ਕੀਤੇ ਹੋਣੇ ਚਾਹੀਦੇ ਨੇ। ਦੇਖੋ ਇੱਥੇ ਲਿਖਿਆ ਹੋਇਆ ਨਾ ਰੈਜ਼ੀਡੈਂਸ ਸਰਟੀਫਿਕੇਟ ਨੋਟ ਅਟੈਚਡ, ਤਾਂ ਜਿੰਨੇ ਵੀ ਸਰਟੀਫਿਕੇਟ ਨੇ ਆਪਣੇ ਉਹ ਸਾਰੇ ਅਟੈਚ ਕੀਤੇ ਹੋਣੇ ਚਾਹੀਦੇ ਨੇ। ਸਕਰੂਟਨੀ ਟਾਈਮ ਜਿਹੜੀ ਆਪਾਂ ਨੂੰ ਫਾਈਲ ਜਮ੍ਹਾਂ ਕਰਾਉਣੀ ਹੁੰਦੀ ਹੈ ਉਸ ਦੇ ਵਿੱਚ ਆਪਣੇ ਸਾਰੇ ਸਰਟੀਫਿਕੇਟ ਜਿਹੜੇ ਅਟੈਚ ਕੀਤੇ ਹੋਏ ਚਾਹੀਦੇ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਤੁਸੀਂ ਪੜ੍ਹ ਸਕਦੇ ਹੋ ਟੈਟ ਨੋਟ ਕੁਆਲੀਫਾਈਡ ਐਂਡ ਪ੍ਰੂਫ ਨੋਟ ਅਟੈਚਡ। ਆਪਾਂ ਨੂੰ ਪਤਾ ਹੈ ਕਿ PS ਟੈਟ ਜਿਹੜਾ ਕਲੀਅਰ ਹੋਣਾ ਚਾਹੀਦਾ ਹੈ, ਤੇ ਜਿਨ੍ਹਾਂ ਕੈਂਡੀਡੇਟਸ ਦਾ PS ਟੈਟ ਕਲੀਅਰ ਨਹੀਂ ਹੈਗਾ ਤਾਂ ਉਹ ਤਾਂ 100% ਆਊਟ ਹੋਣਗੇ, ਠੀਕ ਹੈ। ਤੇ ਕਾਸਟ ਸਰਟੀਫਿਕੇਟ ਨੋਟ ਵੈਰੀਫਾਈਡ, ਇਹ ਬਿਲਕੁਲ ਉਹੀ ਸੇਮ ਓਬਜੈਕਸ਼ਨ ਹੈ, ਠੀਕ ਹੈ। ਵੈਰੀਫਾਈ ਹੋਣੇ ਚਾਹੀਦੇ ਨੇ, ਤੇ ਤੁਹਾਡਾ ਜਿਹੜਾ PTET ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ, ਠੀਕ ਹੈ। ਤੇ ETT ਕੰਪਲੀਟ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਹੈ ਹੈਂਡੀਕੈਪ ਕੈਂਡੀਡੇਟ ਦੇ ਲਈ, ਠੀਕ ਹੈ। ਜਿਹੜੇ PH ਦੇ ਵਿੱਚ ਆਉਂਦੇ ਨੇ ਫਿਜ਼ੀਕਲ ਹੈਂਡੀਕੈਪਡ ਦੇ ਕੈਂਡੀਡੇਟਸ ਨੇ, ਉਹਨਾਂ ਕੋਲ ਜਿਹੜਾ ਪ੍ਰੋਪਰ ਸਰਟੀਫਿਕੇਟ ਹੋਣਾ ਚਾਹੀਦਾ ਹੈ ਉਹਨਾਂ ਦੀ ਡਿਸੇਬਿਲਿਟੀ ਨੂੰ ਲੈ ਕੇ, ਠੀਕ ਹੈ। ਤਾਂ ਉਹ ਵੀ ਪ੍ਰੋਪਰ ਸਹੀ ਤਰੀਕੇ ਨਾਲ ਆਪਾਂ ਨੂੰ ਜਮ੍ਹਾਂ ਕਰਾਉਣਾ ਹੁੰਦਾ ਹੈ। ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਲਾਸਟ ਇਸ ਦੀ, ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਇਨਕੰਪਲੀਟ DLED ਸੈਸ਼ਨ 2013-15। ਜਿੱਦਾਂ ਆਪਾਂ ਨੂੰ ਪਤਾ ਹੈ ਕਿ ਕਈ ਕੈਂਡੀਡੇਟਸ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਅਪੀਅਰਿੰਗ ਦੇ ਵਿੱਚ ਹੁੰਦੇ ਨੇ। ਅਪੀਅਰਿੰਗ ਮਤਲਬ ਜਿਨ੍ਹਾਂ ਦਾ ਫਸਟ ਈਅਰ ਤਾਂ ਕੰਪਲੀਟ ਹੁੰਦਾ ਹੈ ਲੇਕਿਨ ਸੈਕਿੰਡ ਈਅਰ ਜਿਹੜਾ ਹਜੇ ਕੰਟੀਨਿਊ ਹੁੰਦਾ ਹੈ, ਤੇ ਉਹ ਪੋਸਟ ਦੇ ਲਈ ਅਪਲਾਈ ਕਰ ਦਿੰਦੇ ਨੇ। ਤਾਂ ਇਸ ਤਰ੍ਹਾਂ ਦੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੁੰਦੇ ਹੈਗੇ। ਤੁਹਾਡਾ ਜਿਹੜਾ ਡਿਪਲੋਮਾ ETT ਦਾ ਉਹ ਕੰਪਲੀਟ ਹੋਣਾ ਚਾਹੀਦਾ। ਜਦੋਂ ਤੁਸੀਂ ਭਰਤੀ ਨੂੰ ਅਪਲਾਈ ਕਰਦੇ ਹੋ ਤਾਂ ਤੁਹਾਡਾ ਜਿਹੜਾ ਡਿਪਲੋਮਾ ਹੈ ਕੰਪਲੀਟ ਹੋਣਾ ਚਾਹੀਦਾ ਹੈ, ਪਲੱਸ ਤੁਹਾਡਾ PS ਟੈਟ ਜਿਹੜਾ ਕਲੀਅਰ ਹੋਣਾ ਚਾਹੀਦਾ ETT ਦੇ ਟੀਚਰ ਦੇ ਲਈ, ਠੀਕ ਹੈ। ਤਾਂ ਉਹ ਵਾਲੇ ਕੈਂਡੀਡੇਟ ਜਿਨ੍ਹਾਂ ਦੇ ETT ਕੰਪਲੀਟ ਨਹੀਂ ਸੀ, ਇਨਕੰਪਲੀਟ ਸੀ, ਚਾਹੇ ਉਹਨਾਂ ਦਾ PTET ਪਹਿਲਾਂ ਕਲੀਅਰ ਹੋ ਗਿਆ ਹੋਵੇ, ਤਾਂ ਉਹ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੁੰਦੇ ਹੈਗੇ, ਠੀਕ ਹੈ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਤੁਸੀਂ ਦੇਖ ਸਕਦੇ ਹੋ ETT ਸੈਕਿੰਡ ਈਅਰ ਰਿਜ਼ਲਟ ਇਜ਼ ਨੋਟ ਡਿਕਲੇਅਰਡ। ਆ ਦੇਖੋ ਜਿਹੜਾ ਸੈਕਿੰਡ ਈਅਰ ਦਾ ਰਿਜ਼ਲਟ ਹੈ ਕਈ ਕੈਂਡੀਡੇਟ ਦਾ ਡਿਕਲੇਅਰ ਨਹੀਂ ਹੁੰਦਾ, ਤਾਂ ਉਹਨਾਂ ਨੂੰ ਜਿਹੜਾ ਓਬਜੈਕਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਰਿਜ਼ਲਟ ਜਿਹੜਾ ਕਢਵਾ ਕੇ ਸਾਨੂੰ ਜਮ੍ਹਾਂ ਕਰਾਓ। ਸੈਕਿੰਡ ਓਬਜੈਕਸ਼ਨ ਲੱਗੀ ਹੋਈ ਹੈ ਕਿ ETT ਫਸਟ ਈਅਰ ਮਾਰਕਸ ਔਨ ਫਾਰਮ ਇਜ਼ ਨੋਟ ਮੈਚਡ ਵਿਦ ਪ੍ਰੋਵਿਜ਼ਨਲ ਸਰਟੀਫਿਕੇਟ, ਠੀਕ ਹੈ। ਕਿ ਤੁਹਾਡੇ ਜਿਹੜੇ ਫਸਟ ਈਅਰ ਦੇ ਅਤੇ ਸੈਕਿੰਡ ਈਅਰ ਦੇ ਮਾਰਕਸ ਨੇ ਉਹ ਬਿਲਕੁਲ ਉਹੀ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਅਪਲਾਈ ਕਰਨ ਟਾਈਮ ਲਿਖੇ ਸੀਗੇ, ਠੀਕ ਹੈ। ਜਦੋਂ ਆਪਾਂ ਅਪਲਾਈ ਕਰਦੇ ਆਪਣੇ ਪੂਰੇ ਨੰਬਰ ਵਗੈਰਾ ਸ਼ੋਅ ਕੀਤੇ ਜਾਂਦੇ ਨੇ, ਤਾਂ ਉਹ ਤੁਹਾਡੇ ਬਿਲਕੁਲ ਓਰੀਜਨਲ ਸਰਟੀਫਿਕੇਟ ਦੇ ਨਾਲ ਮੈਚ ਹੋਣੇ ਚਾਹੀਦੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਹੈਜ਼ ਨੋਟ ETT ਡਿਗਰੀ ਐਂਡ DMC, ਤੁਹਾਡੇ ਸਾਰੇ DMC ਜਿਹੜੇ ਨੇ ETT ਦੀ ਕੰਪਲੀਟ ਹੋਣੇ ਚਾਹੀਦੇ ਨੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਾਏ ਤਾਂ ਉਹ ਵੀ ਜ਼ਰੂਰ ਡਿਪਾਰਟਮੈਂਟ ਵਿੱਚ ਜਾ ਕੇ ਜਮ੍ਹਾਂ ਕਰਾਉਣੇ ਨੇ, ਠੀਕ ਹੈ। ਕਿਉਂਕਿ ਫਿਰ ਦੇਖੋ ਓਬਜੈਕਸ਼ਨ ਦੇ ਲਈ ਇੰਨਾ ਟਾਈਮ ਵੀ ਨਹੀਂ ਮਿਲਦਾ ਕਿ ਤੁਸੀਂ ਉਹਨਾਂ ਨੂੰ ਬਣਵਾਓ, ਮਹੀਨੇ ਦਾ ਟਾਈਮ ਇੱਦਾਂ ਨਹੀਂ ਹੁੰਦਾ, ਸਿਰਫ 1 ਹਫ਼ਤੇ ਦਾ ਹੀ ਟਾਈਮ ਦਿੱਤਾ ਜਾਂਦਾ ਹੁੰਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਦੇਖੋ ਉਹ ਵਾਲੀ ਕੁਐਰੀ ਆ ਗਈ ਜਿਹੜੀ ਕਿ ਮੈਂ ਤੁਹਾਨੂੰ ਦੱਸਦੀ ਸੀ। ਬਹੁਤ ਸਾਰੇ ਕੈਂਡੀਡੇਟਸ ਦੀ ਹੋ ਸਕਦਾ ਇਹ ਵਾਲੀ ਕੁਐਰੀ ਹੋਵੇ
ਹੋਵੇ, ਠੀਕ ਹੈ, ਤੁਸੀਂ ਕਲੀਅਰ ਕਰ ਸਕਦੇ ਹੋ। ETT ਅਪੀਅਰਿੰਗ ਓਨਲੀ 1 ਈਅਰ ਕੰਪਲੀਟਡ, ਇਹ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੁੰਦੇ ਕਿਸੇ ਵੀ ਹਾਲਤ ਦੇ ਵਿੱਚ, ਠੀਕ ਹੈ। ਜਿਹੜੇ ਕੈਂਡੀਡੇਟ 66-35 ਦੇ ਵਿੱਚ ਸਕਰੂਟਨੀ ਕਰਵਾ ਕੇ ਆਏ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਕੈਂਡੀਡੇਟ ਇੱਦਾਂ ਦੇ ਨੇ ਜਿਹੜੇ ਕਿ ETT ਫਸਟ ਈਅਰ ਦੇ ਵਿੱਚ ਸੀ, ਉਹਨਾਂ ਨੇ PSTET ਕਲੀਅਰ ਕਰ ਦਿੱਤਾ ਸੀ, ਲੇਕਿਨ ਉਹਨਾਂ ਦਾ ਜਿਹੜਾ ETT ਦਾ ਡਿਪਲੋਮਾ ਹੈ ਉਹ ਕੰਪਲੀਟ ਨਹੀਂ ਹੈਗਾ, ਠੀਕ ਹੈ। ਤਾਂ ਉੱਦਾਂ ਦੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੈਗੇ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਅਗਲੀ ਓਬਜੈਕਸ਼ਨ ਦੀ ਗੱਲ ਕਰੀਏ ਤਾਂ ETT ਨੋਟ ਡਨ, ਤੁਸੀਂ ਦੇਖ ਸਕਦੇ ਹੋ B.Ed ਕੀਤੀ ਹੋਈ ਹੈ, ਠੀਕ ਹੈ, ਤਾਂ ETT ਹੋਈ ਹੋਣੀ ਚਾਹੀਦੀ ਹੈ, ਸੇਮ ਕੁਆਰੀ ਲੱਗੀ ਹੋਈ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਵਾਲੀ ਜਿਹੜੀ ਹੋਇਆ ਓਬਜੈਕਸ਼ਨ, ਇਹ ਇੰਪੋਰਟੈਂਟ ਹੈ, ਇਸ ਨੂੰ ਜ਼ਰੂਰ ਤੁਸੀਂ ਸਮਝ ਲਿਓ, ਠੀਕ ਹੈ। ਕੈਂਡੀਡੇਟ ਹੈਜ਼ ਅਪਲਾਈਡ ਇਨ ਜਨਰਲ ਕੈਟਾਗਰੀ, ਜਿਹੜਾ ਕੈਂਡੀਡੇਟ ਹੈ ਉਸਨੇ ਜਨਰਲ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈ, ਬਟ ਟੈਟ ਪਾਸਡ ਇਨ SC ਕੈਟਾਗਰੀ ਵਿਦ 86 ਮਾਰਕਸ। ਤਾਂ ਇਹ ਪੁਆਇੰਟ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੋ, ਤੁਸੀਂ ਆਪਣੇ ਸਰਟੀਫਿਕੇਟ ਦੇ ਅਕੋਰਡਿੰਗ ਦੇਖੋ। ਕਈ ਕੈਂਡੀਡੇਟ ਕੀ ਕਰਦੇ ਨੇ, ਮੰਨ ਲਓ ਉਹ ਜਨਰਲ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਨੇ, ਪਰ ਜਦੋਂ ਉਹਨਾਂ ਨੇ PSTET ਕਲੀਅਰ ਕੀਤਾ ਹੈ ਤਾਂ ਉਹਨਾਂ ਨੇ ਕੀਤਾ ਜੀ SC ਕੈਟਾਗਰੀ ਦੇ ਵਿੱਚ। ਤਾਂ ਇਸ ਤਰ੍ਹਾਂ ਜਿਹੜਾ ਇਹ ਨਹੀਂ ਚੱਲਣਾ ਹੈਗਾ, ਇਹ ਤੁਹਾਨੂੰ ਓਬਜੈਕਸ਼ਨ ਜਿਹੜੀ ਹੈ ਡਿਪਾਰਟਮੈਂਟ ਨੂੰ ਕਲੀਅਰ ਕਰਨੀ ਪਏਗੀ ਕਿ ਤੁਸੀਂ ਕਿਹੜੀ ਕੈਟਾਗਰੀ ਤੋਂ ਤੇ ਤੁਹਾਡਾ PSTET ਕਿਹੜੀ ਕੈਟਾਗਰੀ ਦੇ ਵਿੱਚ ਹੈ, ਠੀਕ ਹੈ। ਤਾਂ ਤੁਹਾਡਾ PSTET ਵੀ ਉਸੇ ਹੀ ਕੈਟਾਗਰੀ ਦੇ ਵਿੱਚ ਹੋਣਾ ਚਾਹੀਦਾ ਜਿਸ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕੀਤਾ ਜੋਬ ਦੇ ਲਈ, ਠੀਕ ਹੈ। ਤਾਂ ਇਹ ਪੁਆਇੰਟ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਲੱਗੀ ਹੋਈ ਹੈ ਕਿ ਕਾਸਟ ਸਰਟੀਫਿਕੇਟ ਫਰੋਮ ਅਦਰ ਸਟੇਟ। ਬਿਲਕੁਲ ਦੇਖੋ, ਤੁਹਾਡਾ ਜਿਹੜਾ ਕਾਸਟ ਦਾ ਸਰਟੀਫਿਕੇਟ ਹੈ ਉਹ ਉਸੇ ਹੀ ਸਟੇਟ ਦਾ ਹੋਣਾ ਚਾਹੀਦਾ ਜਿਸ ਸਟੇਟ ਦੇ ਵਿੱਚ ਤੁਸੀਂ ਰਹਿੰਦੇ ਹੋ, ਠੀਕ ਹੈ। ਤਾਂ ਇਹ ਵੀ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ। ਹੋਰ ਅਗਲੀ ਓਬਜੈਕਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ ਟੈਟ ਨੋਟ ਕੁਆਲੀਫਾਈਡ, ਟੈਟ ਜਿਹੜਾ ਕਲੀਅਰ ਹੋਣਾ ਚਾਹੀਦਾ ਹੈ, ਠੀਕ ਹੈ। ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ, ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਈ ਕੈਂਡੀਡੇਟਸ ਜਿੱਦਾਂ ਕੋਈ ਹੀਅਰਿੰਗ ਦਾ ਕਰ ਲੈਂਦਾ ਹੁੰਦਾ ਹੈ, ਠੀਕ ਹੈ, ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਲੇਕਿਨ ਤੁਹਾਡਾ ਜਿਹੜਾ ਆਪਣਾ ਉਹ ਹੈ ਡਿਪਲੋਮਾ ਹੈ ਉਹ ਸਾਰੇ ਹੀ ਸਬਜੈਕਟ ਦੇ ਵਿੱਚ ਕੀਤਾ ਹੋਇਆ ਚਾਹੀਦਾ ਹੈ, ਠੀਕ ਹੈ, ਕੀਤਾ ਹੋਇਆ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਐਲੀਜੀਬਲ ਜਿਹੜਾ ਮੰਨੇ ਜਾਂਦੇ ਹੋ। ਉਸ ਤੋਂ ਬਾਅਦ ਜੇ ਗੱਲ ਕਰੀਏ OBC ਕੈਂਡੀਡੇਟ ਅਪਲਾਈਡ ਇਨ ਜਨਰਲ ਕੈਟਾਗਰੀ ਬਟ ਟੈਟ ਪਾਸਡ ਇਨ OBC ਕੈਟਾਗਰੀ ਵਿਦ ਮਾਰਕਸ। ਬਿਲਕੁਲ ਦੇਖੋ, ਕਈ ਕੈਂਡੀਡੇਟ ਇੱਦਾਂ ਦੇ ਹੁੰਦੇ ਨੇ ਜਿਹੜੇ BC ਕੈਟਾਗਰੀ ਨੂੰ ਬਿਲੋਂਗ ਕਰਦੇ ਨੇ, ਅਪਲਾਈ ਉਹ ਜਨਰਲ ਕੈਟਾਗਰੀ ਦੇ ਵਿੱਚ ਕਰ ਦਿੰਦੇ ਨੇ, ਫਿਰ ਉਹਨਾਂ ਦੇ ਸਰਟੀਫਿਕੇਟ ਦੇ ਵਿੱਚ ਜਿਹੜਾ ਇਸ਼ੂ ਆਉਂਦਾ ਹੁੰਦਾ ਹੈ, ਤਾਂ ਫਿਰ ਜਿਹੜਾ ਡਿਪਾਰਟਮੈਂਟ ਹੈ ਉਹਨਾਂ 'ਤੇ ਓਬਜੈਕਸ਼ਨ ਲਗਾ ਦਿੰਦਾ ਹੁੰਦਾ ਹੈ। ਤਾਂ ਇਹ ਜਿਹੜੀਆਂ ਓਬਜੈਕਸ਼ਨ ਨੇ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਤੁਸੀਂ ਆਪਣੇ ਜਿਹੜੇ ਸਰਟੀਫਿਕੇਟ ਵਗੈਰਾ ਹੈ ਤੁਸੀਂ ਤਿਆਰ ਰੱਖੋ, ਕਿਉਂਕਿ ਆਪਾਂ ਨੂੰ ਟਾਈਮ ਬਹੁਤਾ ਨਹੀਂ ਮਿਲਦਾ, ਤਾਂ ਆਪਾਂ ਨੂੰ ਬਾਅਦ ਦੇ ਵਿੱਚ ਦਿੱਕਤ ਨਾ ਆਵੇ, ਤਾਂ ਤੁਸੀਂ ਇਹ ਚੀਜ਼ਾਂ ਨੂੰ ਜਿਹੜਾ ਪਹਿਲਾਂ ਹੀ ਸਮਝ ਲਵੋ ਤਾਂ ਠੀਕ ਰਹੇਗਾ। ਉਸ ਤੋਂ ਬਾਅਦ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ DMC ਜਾਂ ਕਰੈਕਟਰ ਸਰਟੀਫਿਕੇਟ ਇਜ਼ ਅਟੈਚਡ ਬਟ ETT ਡਿਪਲੋਮਾ ਇਜ਼ ਨੋਟ ਅਟੈਚਡ। ਦੇਖੋ, ਬਾਕੀ ਸਰਟੀਫਿਕੇਟ ਦੇ ਨਾਲ ਨਾਲ ਜਿੰਨੇ ਵੀ ਡਿਪਲੋਮੇ ਨੇ, ਜਿੱਦਾਂ ਵੀ ਆਪਣਾ ਡਿਪਲੋਮਾ ਹੈ, ਠੀਕ ਹੈ, ETT ਦਾ ਡਿਪਲੋਮਾ ਹੋ ਗਿਆ, ਤੇ ਬਾਕੀ ਸਰਟੀਫਿਕੇਟ ਚਾਹੇ ਉਹ BA ਦੇ ਹੋਣ, ਠੀਕ ਹੈ, ਜਿਨ੍ਹਾਂ ਨੇ BA ਕੀਤੀ ਹੋਈ ਹੈ, ਜਾਂ ਫਿਰ ਕਾਸਟ ਦੇ ਹੋਣ, ਉਹ ਤੁਹਾਡੇ ਸਾਰੇ ਅਟੈਚ ਕੀਤੇ ਹੋਏ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਉਹ ਵੀ ਅਟੈਚ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ETT ਨੋਟ ਡਨ, B.Ed ਡਨ, ਠੀਕ ਹੈ, ETT ਕੀਤੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅੱਗੇ ਦੇਖੀਏ ਸੇਮ ਕੁਆਰੀ ਹੈ ਇਹ ਤਾਂ, ਠੀਕ ਹੈ। ਅੱਗੇ ਇਹ ਦੇਖ ਸਕਦੇ ਹੋ ਤੁਸੀਂ +2 ਡਿਗਰੀ ਨੋਟ ਸ਼ੋਨ, ਤੁਹਾਨੂੰ ਦੱਸਿਆ ਨਾ ਕਿ ਕਈ ਕੈਂਡੀਡੇਟ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ 10th +2 ਦਾ ਸਰਟੀਫਿਕੇਟ ਲਗਾਇਆ ਹੀ ਨਹੀਂ ਹੁੰਦਾ, ਤਾਂ ਇੱਦਾਂ ਦੇ ਕੈਂਡੀਡੇਟਸ 'ਤੇ ਜਿਹੜੀ ਓਬਜੈਕਸ਼ਨ 100% ਲੱਗਦੀ ਹੈ। ਤਾਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਤੁਸੀਂ ਜਦੋਂ ਆਪਣੀ ਸਕਰੂਟਨੀ ਕਰਵਾਓਗੇ ਜਾਂ ਤੁਸੀਂ ਕਰਵਾ ਚੁੱਕੇ ਹੋ ਤਾਂ ਤੁਹਾਡੇ ਇਹ ਜਿਹੜੇ ਸਾਰੇ ਪ੍ਰੂਫ ਨੇ ਬਿਲਕੁਲ ਅਟੈਚ ਕੀਤੇ ਹੋਏ ਹੋਣੇ ਚਾਹੀਦੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅੱਗੇ, ਤਾਂ ਕਾਸਟ ਸਰਟੀਫਿਕੇਟ ਨੋਟ ਆਫ ਫਾਦਰ, ਇੱਥੇ ਆਪਾਂ ਨੂੰ ਲੱਗਿਆ ਹੋਇਆ BC ਕੈਟਾਗਰੀ ਦੇ ਲਈ, ਠੀਕ ਹੈ। BC ਕੈਟਾਗਰੀ ਦੇ ਕੈਂਡੀਡੇਟ 'ਤੇ ਇਹ ਓਬਜੈਕਸ਼ਨ ਲਗਾਈ ਗਈ ਹੈ ਜਿਹਦੇ ਕੋਲ ਕਿ ਕਾਸਟ ਸਰਟੀਫਿਕੇਟ ਨਹੀਂ ਸੀਗਾ, ਠੀਕ ਹੈ, ਤਾਂ ਕਾਸਟ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ ਇਨ 10th ਕਲਾਸ ਪੰਜਾਬੀ ਪਾਸਡ ਸਰਟੀਫਿਕੇਟ ਇਜ਼ ਅਟੈਚਡ ਬਟ ਔਨ DT ਡੇਟ ਆਫ ਬਰਥ, ਠੀਕ ਹੈ। ਦੇਖੋ ਆਪਣੇ ਜਿਹੜੇ ਸਰਟੀਫਿਕੇਟ ਨੇ, ਠੀਕ ਹੈ, ਚਾਹੇ ਉਹ 10th ਦੇ ਨੇ, ਚਾਹੇ +2 ਦੇ ਨੇ, ਚਾਹੇ ETT ਦੇ ਨੇ, ਜਿਸ ਦਿਨ ਆਪਾਂ ਨੇ ਅਪਲਾਈ ਕੀਤਾ ਹੈ, ਮੰਨ ਲਓ 2020 ਦੇ ਵਿੱਚ ਪੋਸਟਾਂ ਆਊਟ ਹੋਈਆਂ ਨੇ, ਤਾਂ ਤੁਹਾਡਾ 2020 ਤੱਕ ਬਿਲਕੁਲ ਸਾਰੀਆਂ ਚੀਜ਼ਾਂ ਕੰਪਲੀਟ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਇਹ ਨਾ ਹੋਵੇ ਕਿ ਤੁਹਾਡਾ ਰਿਜ਼ਲਟ ਬਾਅਦ ਦੇ ਵਿੱਚ ਆ ਰਿਹਾ ਹੈ ਜਾਂ ਤੁਹਾਡੇ ਸਰਟੀਫਿਕੇਟ ਦੇ ਵਿੱਚ ਤਰੀਕ ਜਿਹੜੀ ਹੈ ਲੇਟ ਸ਼ੋਅ ਕੀਤੀ ਗਈ ਹੈ, ਠੀਕ ਹੈ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਉਹਨਾਂ 'ਤੇ ਵੀ ਜਿਹੜੀ ਓਬਜੈਕਸ਼ਨ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਗਲੀ ਓਬਜੈਕਸ਼ਨ ਦੀ, ਤਾਂ ਇਸ ਦੇ ਵਿੱਚ ਵੀ ਸੇਮ ਉਹੀ ਚੀਜ਼ ਹੈ ਕਿ ਕੈਂਡੀਡੇਟ ਨੇ ਜਿਹੜਾ ਜਨਰਲ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈ, ਲੇਕਿਨ ਜਿਹੜਾ ਟੈਟ ਹੈ ਉਹ OBC ਕੈਟਾਗਰੀ ਦੇ ਵਿੱਚ ਪਾਸ ਕੀਤਾ ਹੈ। ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਓਬਜੈਕਸ਼ਨ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ, ਠੀਕ ਹੈ। ਜਿੱਦਾਂ ਇਹਦੇ ਵਿੱਚ ਦੇਖੋ ਲਿਖਿਆ ਹੋਇਆ BC ਸਰਟੀਫਿਕੇਟ ਬਾਏ ਦ ਨੇਮ ਆਫ ਬੋਥ ਹਸਬੈਂਡ ਐਂਡ ਫਾਦਰ, ਤੁਹਾਡੇ ਇੱਕ ਦਾ ਹੀ ਨਾਮ ਹੋਣਾ ਚਾਹੀਦਾ, ਜਾਂ ਫਾਦਰ ਦਾ ਹੀ ਹੋਵੇ ਜਾਂ ਹਸਬੈਂਡ ਦਾ ਹੋਵੇ, ਤਾਂ ਉਹ ਜਿਹੜੀ ਓਬਜੈਕਸ਼ਨ ਹੈ ਲਗਾਈ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਹੋਰ ਵੀ ਤੁਸੀਂ ਓਬਜੈਕਸ਼ਨਸ ਆਪ ਵੀ ਪੜ੍ਹ ਸਕਦੇ ਹੋ, ਠੀਕ ਹੈ। ETT DMC ਨੋਟ ਅਟੈਚਡ, SC ਸਰਟੀਫਿਕੇਟ ਨੋਟ ਵੈਰੀਫਾਈਡ, ਠੀਕ ਹੈ। ਤੇ ਆਹ ਇੱਕ ਜਿਹੜਾ ਪੁਆਇੰਟ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲਓ। ਇਹ ਵਾਲਾ ਪੁਆਇੰਟ ਕੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਗੌਰਮੈਂਟ ਜੋਬ NOC ਇਜ਼ ਨੋਟ ਅਟੈਚਡ। ਦੇਖੋ ਆਪਾਂ ਨੂੰ
ਪਤਾ ਹੈ ਕਿ ਕਈ ਕੈਂਡੀਡੇਟ ਪਹਿਲਾਂ ਹੀ ਗੌਰਮੈਂਟ ਜੋਬ ਦੇ ਵਿੱਚ ਨੇ, ਠੀਕ ਹੈ। ਕਈ ਕੈਂਡੀਡੇਟ ਹੋ ਸਕਦਾ ਪਹਿਲਾਂ ਹੀ ਗੌਰਮੈਂਟ ਜੋਬ ਦੇ ਵਿੱਚ ਹੋਣ ਅਤੇ ਉਹਨਾਂ ਨੇ ETT ਦੇ ਲਈ ਜਿਹੜਾ ਅਪਲਾਈ ਕੀਤਾ ਹੋਵੇ। ਤਾਂ ਜੇਕਰ ਉਹਨਾਂ ਨੇ ਇਸ ਭਰਤੀ ਦੇ ਵਿੱਚ ਆਪਣਾ ਨਾਮ ਲੈਣਾ ਹੈ, ਮਤਲਬ ਇਸ ਭਰਤੀ ਦੇ ਵਿੱਚ ਜਿਨ੍ਹਾਂ ਨੇ ਜੁਆਇਨਿੰਗ ਕਰਾਉਣੀ ਹੈ, ਤਾਂ ਉਹਨਾਂ ਨੂੰ ਜਿਹੜੀ ਆਪਣੀ ਪੁਰਾਣੀ ਗੌਰਮੈਂਟ ਜੋਬ ਹੈ ਉਹਨਾਂ ਤੋਂ NOC ਲੈਣਾ ਪੈਂਦਾ ਹੈ, ਠੀਕ ਹੈ। NOC ਲੈਣ ਤੋਂ ਬਾਅਦ ਹੀ ਤੁਸੀਂ ਜਿਹੜੀ ਹੈ ਦੂਜੀ ਭਰਤੀ ਦੇ ਵਿੱਚ ਐਲੀਜੀਬਲ ਹੁੰਦੇ ਹੋ ਜੁਆਇਨਿੰਗ ਦੇ ਲਈ। ਤਾਂ ਇਹ ਪੁਆਇੰਟ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਜੇਕਰ ਤੁਸੀਂ ਕੋਈ ਗੌਰਮੈਂਟ ਜੋਬ ਦੇ ਵਿੱਚ ਹੋ ਤਾਂ ਤੁਸੀਂ NOC ਦਾ ਪਹਿਲਾਂ ਹੀ ਪ੍ਰਬੰਧ ਕਰਕੇ ਰੱਖੋ, ਠੀਕ ਹੈ ਆਪਣਾ, ਤਾਂ ਕਿ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਦਿੱਕਤ ਨਾ ਆਵੇ। ਉਸ ਤੋਂ ਬਾਅਦ ਜੇ ਗੱਲ ਕਰੀਏ ਕੈਂਡੀਡੇਟ ਇਜ਼ ਫਰੋਮ ਅਦਰ ਸਟੇਟ, ਤਾਂ ਤੁਹਾਡੇ ਜੇਕਰ ਤੁਸੀਂ ਅਦਰ ਸਟੇਟ ਤੋਂ ਤਾਂ ਵੀ ਤੁਹਾਡੇ ਸਰਟੀਫਿਕੇਟ ਜਿਹੜੇ ਨੇ ਸਹੀ ਤਰੀਕੇ ਨਾਲ ਕੰਪਲੀਟ ਹੋਣੇ ਚਾਹੀਦੇ ਨੇ, ਠੀਕ ਹੈ। ਉਸ ਤੋਂ ਬਾਅਦ ਹੋਰ ਅਗਲੀ ਆਪਾਂ ਉਸ ਦੀ ਗੱਲ ਕਰੀਏ ਤਾਂ ਅੱਗੇ ਦੇਖ ਸਕਦੇ ਹਾਂ ਆਪਾਂ ETT ਫਰੋਮ IGNOU, ਠੀਕ ਹੈ। ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਨੇ, ਦੇਖੋ ਮੈਂ ਨਾਮ ਨਹੀਂ ਲੈਂਦੀ, ਠੀਕ ਹੈ, ਕਿਉਂਕਿ ਕਈ ਕਾਲਜਿਸ ਇੱਦਾਂ ਦੇ ਜਿਨ੍ਹਾਂ ਦੀ ETT ਵੈਲਿਡ ਨਹੀਂ ਮੰਨੀ ਜਾਂਦੀ। ਤਾਂ ਤੁਹਾਡਾ ਜਿਹੜਾ ETT ਹੈ ਬਿਲਕੁਲ ਵੈਲਿਡ ਹੋਣੀ ਚਾਹੀਦੀ ਹੈ, ਠੀਕ ਹੈ। ਇੱਕ ਬਿਲਕੁਲ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ ਦੁਆਰਾ ਤੁਹਾਡਾ ਜਿਹੜਾ ਡਿਪਲੋਮਾ ਕੰਪਲੀਟ ਕੀਤਾ ਹੋਣਾ ਚਾਹੀਦਾ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਅਗਲੀ ਓਬਜੈਕਸ਼ਨਸ ਦੇਖੀਏ ਆਪਾਂ ਤਾਂ ਬਹੁਤ ਸਾਰੀ ਓਬਜੈਕਸ਼ਨਸ ਇਸ 'ਤੇ ਲੱਗੀਆਂ ਹੋਈਆਂ ਸਨ। ਇਹ ਲਾਸਟ ਈਅਰ ਦੀ ਹੈ, ਠੀਕ ਹੈ। ਇਹਨੂੰ ਲਾਸਟ ਈਅਰ ਦੀ ਜਿਹੜੀ ਆਪਣੀ ਓਬਜੈਕਸ਼ਨ ਲਿਸਟਾਂ ਨੇ ਉਹ ਆਊਟ ਹੋਈਆਂ ਸਨ, ਠੀਕ ਹੈ। ਤਾਂ ਅੱਗੇ ਵੀ ਹੋਰ ਤਰ੍ਹਾਂ ਦੀ ਓਬਜੈਕਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਜੇਕਰ ਤੁਸੀਂ ਇਹ PDF ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਜੁਆਇਨ ਕਰ ਲਓ। ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜਾ ਪੂਰਾ PDF ਹੈ ਤੁਹਾਨੂੰ ਪ੍ਰੋਵਾਈਡ ਕਰਾ ਦਿੱਤਾ ਜਾਏਗਾ, ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਠੀਕ ਹੈ। ਬਹੁਤ ਸਾਰੀਆਂ ਓਬਜੈਕਸ਼ਨ ਜਿਹੜੀਆਂ ਨੇ ਕੈਂਡੀਡੇਟਸ 'ਤੇ ਲੱਗਦੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਜਿੱਦਾਂ ਕਿ ਆਪਾਂ ਨੂੰ ਪਤਾ ਹੈ ਸਪੈਲਿੰਗ ਦੇ ਵਿੱਚ ਮਿਸਟੇਕ ਹੋ ਸਕਦੀ ਹੈ, ਤਾਂ ਉਸ ਤਰ੍ਹਾਂ ਦੀ ਜਿਹੜੀ ਓਬਜੈਕਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ, ਠੀਕ ਹੈ। ਬਾਕੀ ਕਾਸਟ ਸਰਟੀਫਿਕੇਟ ਹੋ ਗਏ ਇੱਥੇ, ਠੀਕ ਹੈ। SC ਦਾ ਸਰਟੀਫਿਕੇਟ ਹੋ ਗਿਆ, ਇੱਦਾਂ ਦੀ ਜਿਹੜੀ ਆਪਾਂ ਨੂੰ ਹੋ ਜਾਂਦੀਆਂ ਹੁੰਦੀਆਂ ਨੇ ਓਬਜੈਕਸ਼ਨ। ਇੱਥੇ ਦੇਖੋ ਇੱਕ ਪੁਆਇੰਟ ਹੋਰ ਹੈ, ਕੈਂਡੀਡੇਟ ਹੈਜ਼ ਕੁਆਲੀਫਾਈਡ CTET। ਦੇਖੋ ਆਪਾਂ ਜੇਕਰ ਪੰਜਾਬ ਸਟੇਟ ਦਾ ਕੈਂਡੀਡੇਟ ਹੈ, ਠੀਕ ਆ, ਪੰਜਾਬ ਸਟੇਟ ਦੇ ਵਿੱਚ ETT ਟੀਚਰ ਲੱਗਣਾ ਹੈ, ਤਾਂ ਤੁਹਾਡਾ ਪੰਜਾਬ ਸਟੇਟ ਦਾ ਹੀ ਟੈਟ ਕਲੀਅਰ ਹੋਣਾ ਚਾਹੀਦਾ ਹੈ, ਠੀਕ ਹੈ। CTET ਜਿਹੜਾ ਸੈਂਟਰ ਦੇ ਲਈ ਹੁੰਦਾ ਹੈ, ਠੀਕ ਹੈ। ਤਾਂ CTET ਕਲੀਅਰ ਹੋਵੇ ਨਾ ਹੋਵੇ ਉਹਦੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ, ਠੀਕ ਹੈ। ਇਸ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਆਪਣਾ ਜਿਹੜਾ PS ਟੈਟ ਹੈ ਉਹ ਜ਼ਰੂਰੀ ਹੋਣਾ ਚਾਹੀਦਾ ਹੈ, ਠੀਕ ਹੈ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਹੋਰ ਤਰ੍ਹਾਂ ਦੀ ਆਪਾਂ ਨੂੰ ਦੇਖਣ ਨੂੰ ਮਿਲੀਏ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਪੰਜਾਬੀ ਗ੍ਰੇਡ C+ ਪੂਅਰ ਬਟ ਪਾਸਡ, ਠੀਕ ਹੈ। ਤੁਹਾਡੀ ਪੰਜਾਬੀ ਜਿਹੜੀ ਆ ਉਹ ਵੀ ਵਧੀਆ ਤਰੀਕੇ ਨਾਲ ਕੰਪਲੀਟ, ਦੇਖੋ ਕਈ ਕੈਂਡੀਡੇਟ ਇੱਦਾਂ ਨੇ ਜਿਨ੍ਹਾਂ ਨੇ ਕਿ 10th ਦੇ ਵਿੱਚ ਪੰਜਾਬੀ ਕੀਤੀ ਨਹੀਂ ਹੋਈ, ਤਾਂ ਉਹ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੈਗੇ, ਠੀਕ ਹੈ। ਤੁਸੀਂ ਪੰਜਾਬੀ ਜਿਹੜੀ ਹੈ 10th ਕਲਾਸ ਦੇ ਵਿੱਚ ਪੱਕਾ ਕੀਤੀ ਹੋਣੀ ਚਾਹੀਦੀ ਹੈ, ਠੀਕ ਹੈ। ਸਾਰੀ ਕੁਆਲੀਫਿਕੇਸ਼ਨ ਆਪਾਂ ਨੂੰ ਪਤਾ ਹੈ ਕਿ 10th ਦੇ ਵਿੱਚ ਪੰਜਾਬੀ ਹੋਵੇ, 2 ਸਾਲ ਦਾ ਡਿਪਲੋਮਾ ਹੋਵੇ, ਜਿਨ੍ਹਾਂ ਨੇ BA ਕੀਤੀ ਹੋਈ ਹੈ ਪਲੱਸ ਉਹਨਾਂ ਦੇ BA ਦੇ ਸਾਰੇ ਸਰਟੀਫਿਕੇਟ ਪਲੱਸ ਡਿਗਰੀ ਕੰਪਲੀਟ ਹੋਵੇ, ਬਸ ਇਹ 3-4 ਚੀਜ਼ਾਂ ਨੇ ਆਪਣੀਆਂ, ਠੀਕ ਹੈ। ਅਤੇ ਸਪੈਲਿੰਗ ਐਰਰ ਕਿਸੇ ਦੇ ਵਿੱਚ ਨਾ ਹੋਵੇ, ਠੀਕ ਹੈ। ਜੇਕਰ ਤੁਹਾਡੇ ਕਿਸੇ ਸਰਟੀਫਿਕੇਟ ਦੇ ਵਿੱਚ ਸਪੈਲਿੰਗ ਐਰਰ ਹੈਗੀ ਹੈ ਤਾਂ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਉਸਨੂੰ ਸਹੀ ਕਰਾ ਸਕਦੇ ਹੋ, ਡਿਪਾਰਟਮੈਂਟ ਨਾਲ ਗੱਲ ਕਰ ਸਕਦੇ ਹੋ, ਠੀਕ ਹੈ। ਬਾਕੀ ਦੇਖੋ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਡਾ ਇਕੱਲਾ ਓਬਜੈਕਸ਼ਨ ਨੂੰ ਕਲੀਅਰ ਕਰਾਂ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਪੁੱਛ ਸਕਦੇ ਹੋ, ਠੀਕ ਹੈ। ਕਿਸੇ ਤਰ੍ਹਾਂ ਦਾ ਕੁਐਸਚਨ ਹੋਵੇ ਸਰਟੀਫਿਕੇਟ ਨੂੰ ਲੈ ਕੇ ਜਾਂ ਸਕਰੂਟਨੀ ਨੂੰ ਲੈ ਕੇ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਜੇ ਅੱਗੇ ਆਪਾਂ ਦੇਖੀਏ ਬਹੁਤ ਸਾਰੀ ਓਬਜੈਕਸ਼ਨ ਜਿਹੜੀਆਂ ਨੇ ਕੈਂਡੀਡੇਟਸ 'ਤੇ ਲੱਗੀਆਂ ਹੋਈਆਂ ਨੇ। ਆਹ ਦੇਖੋ ਇੱਥੇ ਤੁਸੀਂ ਜੇਕਰ ਸੈਕਿੰਡ ਦੇਖੀਏ ਕੈਂਡੀਡੇਟ ਡਨ ਫਸਟ ਈਅਰ ਆਫ ETT ਦਾ ਪਹਿਲਾ ਈਅਰ ਕੀਤਾ ਲੇਕਿਨ ਸੈਕਿੰਡ ਜਿਹੜਾ ਅਪੀਅਰ ਹੈ, ਤਾਂ ਇੱਦਾਂ ਦੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨਹੀਂ ਹੈਗੇ, ਠੀਕ ਹੈ। ਐਲੀਜੀਬਲ ਨਹੀਂ ਹੁੰਦੇ ਇੱਦਾਂ ਦੇ ਕੈਂਡੀਡੇਟ ਜਿਨ੍ਹਾਂ ਦੇ ਕਿ ਅਪੀਅਰਿੰਗ ਦੇ ਵਿੱਚ ਹੋਵੇ, ਪੂਰਾ ਡਿਪਲੋਮਾ ਜਿਹੜਾ ਆਪਣਾ ਕਵਰ ਹੋਇਆ ਹੋਣਾ ਚਾਹੀਦਾ ਹੈ। 3-4 ਪੁਆਇੰਟ ਧਿਆਨ ਦੇ ਵਿੱਚ ਰੱਖਣ ਵਾਲੇ ਨੇ ਕਿ ਤੁਹਾਡਾ PS ਟੈਟ ਕਲੀਅਰ ਹੋਵੇ, ਠੀਕ ਹੈ। ਤਾਂ ਉਸੇ ਹੀ ਕੈਟਾਗਰੀ ਦੇ ਵਿੱਚ ਕਲੀਅਰ ਹੋਵੇ ਤੁਹਾਡਾ PS ਟੈਟ ਜਿਸ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕੀਤਾ ਹੈ, ਠੀਕ ਹੈ। ਜੇਕਰ ਤੁਸੀਂ SC ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਤਾਂ ਤੁਹਾਡਾ PS ਟੈਟ ਵੀ SC ਕੈਟਾਗਰੀ ਦੇ ਵਿੱਚ ਹੀ ਕਲੀਅਰ ਹੋਣਾ ਚਾਹੀਦਾ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਓਬਜੈਕਸ਼ਨ ਨੇ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਓਬਜੈਕਸ਼ਨ ਲਿਸਟਾਂ ਆਪਾਂ ਨੂੰ ਜਲਦੀ ਹੀ ਦੇਖਣ ਨੂੰ ਮਿਲ ਜਾਣਗੀਆਂ ਅਤੇ ਸੈਕਿੰਡ ਲਿਸਟਾਂ ਵੀ ਆਪਾਂ ਨੂੰ ਜਲਦੀ ਹੀ ਦੇਖਣ ਨੂੰ ਮਿਲਣਗੀਆਂ। ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਠੀਕ ਹੈ। ਅਤੇ ਆਪਣੇ ਜਿਹੜੇ ਵਿਚਾਰ ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਇਹਨਾਂ ਸਾਰੀ ਕੁਆਰੀਜ਼ ਦਾ ਦੇਖੋ ਓਬਜੈਕਸ਼ਨ ਦਾ ਕਲੀਅਰ ਹੋਣਾ ਜ਼ਰੂਰੀ ਹੈ। ਡਿਪਾਰਟਮੈਂਟ ਜਿਹੜਾ ਆਪਣੇ ਉਹਨੂੰ ਜਵਾਬ ਮੰਗਦਾ ਹੁੰਦਾ ਇਹਨਾਂ ਓਬਜੈਕਸ਼ਨਸ ਦਾ, ਠੀਕ ਹੈ, ਤਾਂ ਕਿ ਫਿਰ ਤੁਹਾਡਾ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਦਾ ਇਸ਼ੂ ਨਾ ਹੋਵੇ। ਤਾਂ ਇਸ ਕਰਕੇ ਹੀ ਇਹ ਵੀਡੀਓ ਬਣਾਈ ਗਈ ਹੈ, ਤਾਂ ਤੁਸੀਂ ਧਿਆਨ ਦੇ ਵਿੱਚ ਇਸ ਨੂੰ ਪੜ੍ਹ ਕੇ ਆਪਣੀ ਜਿਹੜੀ ਓਬਜੈਕਸ਼ਨ ਨੇ ਕਲੀਅਰ ਕਰ ਸਕਦੇ ਹੋ, ਠੀਕ ਹੈ। ਜਿਹੜੇ ਕੈਂਡੀਡੇਟ ਗੌਰਮੈਂਟ ਜੋਬ 'ਤੇ ਨੇ NOC ਦਾ ਪ੍ਰਬੰਧ ਕਰਨ, ਕਾਸਟ ਸਰਟੀਫਿਕੇਟ ਦਾ ਆਪਣਾ ਅਪਡੇਟ ਕਰਾਉਣ, ਠੀਕ ਹੈ। ਬਾਕੀ ਇਹੀ ਸੀਗੀ ਅੱਜ ਦੀ ਵੀਡੀਓ। ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ, ਠੀਕ ਹੈ। ਜੇਕਰ ਵੀਡੀਓ ਵਧੀਆ ਲੱਗੀ ਹੈ ਲਾਈਕ ਕਰ ਦਿਓ ਅਤੇ ਆਪਣੇ ਜਿਹੜੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਠੀਕ ਹੈ। ਤਾਂ ਇਹੀ ਸੀਗੀ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।